ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਤੇ ਮੇਰੇ ਨਾਲ ਡਾਕਟਰ ਸ਼ਿੰਦਰ ਕੌਰ ਭੈਣ ਜੀ ਜੁੜ ਗਏ ਨੇ। ਡਾਕਟਰ ਸਾਹਿਬ ਜੀ ਆਇਆਂ ਨੂੰ ਜੀ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ। ਸਤਿ ਸ਼੍ਰੀ ਅਕਾਲ ਭਾਜੀ, ਤੇ ਤੁਹਾਡੇ ਰਾਹੀਂ ਜਿੰਨੇ ਵੀ ਸੁਣ ਰਹੇ ਨੇ ਸਭਨਾਂ ਨੂੰ ਬਹੁਤ ਨਿੱਘੀ ਫਤਿਹ। ਅੱਜ ਭੈਣ ਜੀ ਤਸਵੀਰਾਂ ਆ ਰਹੀਆਂ ਨੇ, ਤਸਵੀਰਾਂ ਤਾਂ ਪਹਿਲਾਂ ਵੀ ਆਉਂਦੀਆਂ ਸੀ, ਸਾਡੀਆਂ ਮਾਤਾਵਾਂ ਦੀਆਂ, ਭੈਣਾਂ ਦੀਆਂ, ਬੀਬੀਆਂ ਦੀਆਂ। ਮਾਤਾ ਮਹਿੰਦਰ ਕੌਰ ਦੀ ਤਸਵੀਰ ਕੰਗਣਾ ਰਣੌਤ ਨੇ ਕਾਹਦੀ ਸਾਂਝੀ ਕੀਤੀ। ਕਿਸਾਨ ਸੰਘਰਸ਼ ਦੇ ਵਿੱਚ ਬੀਬੀਆਂ ਦਾ ਯੋਗਦਾਨ ਜਿਹੜਾ ਸੀਗਾ ਉਹ ਉੱਭਰ ਕੇ ਸਾਹਮਣੇ ਆਇਆ। ਪਰ ਅੱਜ ਸਿਰ ਦੇ ਉੱਤੇ ਪੀਲੀਆਂ ਚੁੰਨੀਆਂ ਲੈ ਕੇ ਜਦੋਂ ਬੀਬੀਆਂ ਦੀ ਅੱਜ ਪਹੁੰਚੀਆਂ ਕਟਹਿੜੇ ਪਿੰਡ ਤੇ ਇੱਧਰ ਬਰਨਾਲੇ ਕੋਲੇ ਧਨੌਲੇ, ਤਾਂ ਦੋ ਹੀ ਰੰਗ ਦਿਸਦੇ ਸੀ, ਪੀਲਾ ਤੇ ਹਰਾ। ਸੋ ਕਹਿਣ ਤੋਂ ਭਾਵ ਵੀ ਕਿਸਾਨ ਮੋਰਚੇ ਦੇ ਵਿੱਚ ਬੀਬੀਆਂ ਦੀ, ਔਰਤਾਂ ਦੀ ਭੂਮਿਕਾ, ਸਾਡੇ ਬੱਚਿਆਂ ਦੀ, ਧੀਆਂ ਦੀਆਂ, ਕੀ ਕਹੋਗੇ ਇਸ ਭੂਮਿਕਾ ਨੂੰ? ਕਿੱਧਰ ਕੀ ਇਸ਼ਾਰਾ ਕਰਦੀ ਹੈ? ਦੇਖੋ ਭਾਜੀ, ਪਹਿਲੀ ਚੀਜ਼ ਤਾਂ ਜਿਹੜੀ ਮਾਂ ਦਾ ਰੋਲ ਕਿਸੇ ਵੀ ਇਸ ਤਰ੍ਹਾਂ ਦਾ ਸੰਘਰਸ਼, ਜੇ ਆਪਾਂ ਇਤਿਹਾਸਕ ਪੁਰਾਣਾ ਵੇਖਣਾ ਚਾਹੀਏ ਤਾਂ ਮੈਂ ਥੋੜਾ ਜਿਹਾ ਪਿੱਛੇ ਤੁਹਾਨੂੰ ਲੈ ਜਾਂਦੀ ਹਾਂ। ਜਦੋਂ ਅਫਗਾਨੀ ਔਰਤਾਂ ਦੇ ਹੱਕਾਂ ਵਿੱਚ, ਸ਼ਾਇਦ ਚੇਤੇ ਹੋਵੇ ਕਿਸੇ ਨੂੰ, ਕੇਸ਼ਵਰ ਕਮਲ ਸੀ 20 ਸਾਲਾਂ ਦੀ ਉਮਰ ਚ 1977 ਵਿੱਚ, ਜਿਹੜੀ ਨੇ ਡਾਂਗਾਂ ਵੀ ਖਾਈਆਂ, ਫਿਰ ਉਹਨੇ ਜੇਲਾਂ 'ਚ ਵੀ ਗਈ, ਤੇ ਉਦੋਂ ਉਹ ਅਖੀਰ ਜੂਝਦਿਆਂ ਉਸਨੇ ਔਰਤਾਂ ਦੇ ਹੱਕ ਫਿਰ ਲਏ। ਇਕੱਲੀ ਲੀਡ ਕਰਦੀ ਔਰਤ ਸੀ। ਬਿਲਕੁਲ ਇਸੇ ਤਰ੍ਹਾਂ ਐਮਿਲੀਨ ਸੀ ਸੰਨ 1800 ਵਿੱਚ ਬ੍ਰਿਟੇਨ ਵਿੱਚ, ਜਿਹਦੇ ਜੇਲਾਂ ਵੀ ਕੱਟੀਆਂ, ਡਾਂਗਾਂ ਵੀ ਖਾਈਆਂ, ਜ਼ਖਮੀ ਬੜੀ ਵਾਰ ਹੋਈ, ਤੇ ਅਖੀਰ ਉਹ ਵੀ ਵੂਮਨ ਰਾਈਟਸ ਲੈ ਕੇ ਹੀ ਹਟੀ। ਉਸੇ ਸਦਕਾ ਫਿਰ ਅੱਗੋਂ ਔਰਤ ਨੂੰ ਬਰਾਬਰੀ ਮਿਲ ਸਕੀ ਜੀ। ਮੈਂ ਸਿਰਫ ਇਸ ਕਰਕੇ ਇੱਥੋਂ ਗੱਲ ਸ਼ੁਰੂ ਕੀਤੀ ਕਿ ਮਾਂ ਅਸਲ 'ਚ ਕਿਸੇ ਵੀ ਅਸਲ ਸੰਘਰਸ਼ ਜੋ ਕਰਦੀ ਹੈ, ਜਾਂ ਉਹਦੇ ਕੁੱਖੋਂ ਜੋ ਜੰਮਦੇ ਨੇ, ਉਹ ਕਿਸ ਲੈਵਲ ਤੱਕ ਪਹੁੰਚਦੇ ਨੇ, ਜਿੱਥੇ ਸਾਡਾ ਅਬਰਾਹਮ ਲਿੰਕਨ ਜੇ ਕਹਿੰਦਾ ਗਿਆ ਅਖੀਰ ਤੱਕ ਵੀ ਮੈਂ ਜੋ ਵੀ ਬਣ ਸਕਿਆ ਮਾਂ ਸਦਕਾ ਸਾਂ। ਬਿਲਕੁਲ ਇੰਝ ਹੀ ਸਾਡੇ APJ ਅਬਦੁਲ ਕਲਾਮ ਜੀ ਦੀਆਂ ਕਈ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਉਹਨਾਂ ਨੇ ਇੰਟਰਵਿਊਜ਼ ਦਿੱਤੀਆਂ, ਇਹੋ ਕਿਹਾ ਕਿ ਮੇਰੀ ਆਸ਼ਿਆਮਾ ਮਾਂ ਹੀ ਸੀ ਜਿਸ ਸਦਕਾ ਮੈਂ ਉਸ ਥਾਂ ਤੋਂ ਨਿਕਲ ਸਕਿਆ ਜਿੱਥੇ ਇਹਨਾਂ ਨੂੰ ਨਿਰਾਦਰ ਯਾਨੀ ਉਹਨਾਂ ਨੂੰ ਮਿਲਦਾ ਰਿਹਾ ਬਚਪਨ ਵਿੱਚ ਗਰੀਬੀ, ਅੱਤ ਦੀ ਹੰਢਾਈ। ਪਰ ਕਿਸ ਤਰੀਕੇ ਲਗਨ ਨਾਲ, ਉਹ ਸਿਰਫ ਮਾਂ ਦੀ ਲਗਾਤਾਰ ਹਿੰਮਤ ਸਦਕਾ ਉਹਨਾਂ ਨੇ ਕਿਹਾ ਮੈਂ ਇਹ ਜਿਸ ਸਟੇਜ ਤੱਕ ਪਹੁੰਚ ਸਕਿਆ ਸਿਰਫ ਮਾਂ ਸਦਕਾ ਪਹੁੰਚ ਸਕਿਆ। ਬਿਲਕੁਲ ਇਸੇ ਤਰ੍ਹਾਂ ਭਾਜੀ ਜੇ ਧਿਆਨ ਕਰੀਏ ਹਰੀ ਸਿੰਘ ਨਲੂਏ ਵੱਲ, ਜਿੰਨਾ ਵੀ ਇਤਿਹਾਸ ਲੱਭਦਾ ਜੇ, ਉਹਦੀ ਮਾਂ ਸੀ ਧਰਮ ਕੌਰ, ਜਿਸਨੇ ਉਹਨੂੰ ਯਾਨੀ ਬਚਪਨ ਤੋਂ 6 ਵਜੇ ਤੇ ਵੀ ਉਹਨੇ ਕਦੇ ਪਿਆਰ ਨਾਲ ਜੱਫੀ ਪਾ ਕੇ ਨਹੀਂ ਸੀ ਉਹਨੂੰ ਲਿਆ। ਉਹਦਾ ਤਰੀਕਾ ਸੀ ਪਾਲਣ ਦਾ ਕਿ ਸੱਟ ਲੱਗੀ ਉਹ ਪਰਵਾਹ ਨਾ ਕਰ, ਛੱਡ ਚੱਲ ਅੱਗੇ। ਯਾਨੀ ਉਹਨੂੰ ਡਿਵੈਲਪ ਕਰਨ ਵਿੱਚ, ਸੋਚ ਵਿੱਚ ਇੰਨੀ ਤਗੜਾ ਬਣਾ ਦੇਣਾ ਕਿ ਉਹਨੂੰ ਸੱਟਾਂ ਫੇਟਾਂ ਦੀ ਪਰਵਾਹ ਹੀ ਨਾ ਰਹਿਣੀ। ਤੇ ਜਿਸ ਤਰੀਕੇ ਦਾ ਬੱਬਰ ਸ਼ੇਰ ਉਹ ਬਣਿਆ, ਉਹ ਜੋ ਉਹਨੇ ਇਤਿਹਾਸ ਸਿਰਜਿਆ, ਉਹ ਕਿਸੇ ਤੋਂ ਲੁਕਿਆ ਨਹੀਂ, ਕਿ ਨਾ ਉਸ ਤੋਂ ਪਹਿਲਾਂ ਨਾ ਬਾਅਦ ਕੋਈ ਅਜਿਹਾ ਐਗਜ਼ਾਮਪਲ ਨਹੀਂ ਜਿਹਨੇ ਦਰਾ ਖੈਬਰ ਤੋਂ ਹੱਲੇ ਹੋਏ ਰੋਕੇ ਹੋਣ। ਇਸੇ ਤਰ੍ਹਾਂ ਹੀ ਜੇ ਆਪਾਂ ਗੱਲ ਕਰਦੇ ਹਾਂ ਤਾਂ ਸੁਭਾਸ਼ ਚੰਦਰ ਬੋਸ ਨੇ ਹਮੇਸ਼ਾ ਇਹੋ ਕਿਹਾ ਸੀ ਕਿ ਮੈਂ ਜੋ ਕੁਛ ਬਣ ਸਕਿਆ ਆਪਣੀ ਮਾਂ ਪ੍ਰਭਾਵਤੀ ਦੇਵੀ ਸਦਕਾ ਹੀ ਬਣ ਸਕਿਆ। ਸਾਡਾ ਗੁਰਤੇਜ ਸ਼ਹੀਦ ਹੋਇਆ ਹੁਣ ਗਲਵਾਨ ਘਾਟੀ 'ਚ, ਜਿਹਨੇ 6 ਚੀਨੀਆਂ ਨੂੰ ਆਪਣੇ ਯਾਨੀ ਕੱਛ 'ਚ ਦਬਾ ਕੇ ਕਿਸ ਤਰ੍ਹਾਂ ਉਹਨੇ ਫਨਾਹ ਕੀਤੇ ਨੇ ਸਾਰੇ ਜੀ। ਉਹ ਆਪ ਮੰਨਿਆ ਤੇ ਉਹਦੀ ਮਾਂ ਵੀ ਮੰਨੀ ਕਿ ਇਹ ਇੰਨਾ ਕੁ ਬਚਪਨ ਤੋਂ ਡਰਾਮੇ ਵਾਲਾ ਤੇ ਸ਼ਾਂਤਮਈ ਸੁਭਾਅ ਵਾਲਾ ਸੀ ਕਿ ਉਸ ਨੂੰ ਤਾਕਤ ਜੋ ਮਾਨਸਿਕ ਦਿੱਤੀ ਗਈ ਉਹ ਸਿਰਫ ਤੇ ਸਿਰਫ ਉਹਦੀ ਮਾਂ ਸਦਕਾ ਹੋ ਸਕੀ। ਕਹਿਣ ਦਾ ਮੇਰਾ ਦੇਖੋ ਸਮਝਾਣਾ ਇਸ ਆ ਰਹੀ ਆ ਮੈਂ ਜਿੰਨੇ ਵੀ ਸੁਣ ਰਹੇ ਨੇ ਕਿ ਜਿਹੜੇ ਭਾਈ ਤਾਰੂ ਸਿੰਘ ਜੀ ਸਨ, ਹੁਣ ਤੁਸੀਂ ਉਹ ਦੀ ਸਿਖਰ ਮੇਰਾ ਖਿਆਲ ਹੈ ਸਭ ਨੂੰ ਪਤਾ ਹੈ ਵੀ ਖੋਪਰੀਆਂ ਲੋਹਾਉਣੀਆਂ ਆਪਾਂ ਗੱਲ ਨਹੀਂ ਕਰ ਸਕਦੇ ਹਾਂ, ਰੱਤੀ ਮਾਸੀ ਚਮੜੀ ਚ ਚੀਰਾ ਵੀ ਆ ਜੇ ਜਾਨ ਨਿਕਲ ਜਾਏ। ਬਿਲਕੁਲ ਬਿਲਕੁਲ। ਤੇ ਜੇ ਉਹਨਾਂ ਦੀ ਮਾਂ ਸੀ ਉਹ ਵੀ ਬੀਬੀ ਧਰਮ ਕੌਰ, ਜਿਸਨੇ ਬਚਪਨ ਤੋਂ ਹੀ ਉਹਨਾਂ ਨੂੰ ਸ਼ਹੀਦਾਂ ਦੀਆਂ
ਕਹਾਣੀਆਂ ਸੁਣਾਣੀਆਂ, ਕਿਵੇਂ ਜ਼ੁਲਮ ਹੋਏ ਸੀ, ਕਿਸ ਤਰੀਕੇ ਗੁਰੂ ਅਰਜਨ ਸਾਹਿਬ ਨਾਲ ਹੋਇਆ, ਯਾਨੀ ਉਹ ਬਹਾਦਰੀ ਦੇ ਕਿੱਸੇ ਸੁਣਾ ਕੇ ਜਿਵੇਂ ਉਹਨਾਂ ਨੂੰ ਪਾਲਿਆ ਖੜਾ ਕੀਤਾ, ਤੇ ਅਸੀਂ ਦੇਖ ਹੀ ਸਕਦੇ ਹਾਂ ਜੋ ਇਤਿਹਾਸ ਨਿਡਰਤਾ ਦਾ ਉਹਨਾਂ ਨੇ ਸਿਰਜਿਆ ਜੀ। ਕੁਲੀਨ ਜੀ, ਮੈਂ ਤੁਹਾਨੂੰ ਫਿਰ ਯਾਦ ਦਿਲਾ ਦਿਆਂ, ਜਿਵੇਂ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਇੱਕ ਬੀਬੀ ਜਿਸ ਨੇ 1 ਸਾਲ ਦਾ ਬੱਚਾ ਆਪਣੀ ਗੋਦ ਵਿੱਚ ਲੈ ਕੇ ਜਿਹੜੀ ਨਾਲ ਤੁਰੀ ਸੀ, ਜਿਸ ਨੂੰ ਬਥੇਰਾ ਰੋਕਿਆ ਗਿਆ ਕਿ ਤੁਸੀਂ ਸਿਰਫ ਲੰਗਰ ਦੀ ਸੇਵਾ ਹੀ ਕਰ ਦਿਓ, ਪਰ ਉਹਨੇ ਕਿਹਾ ਕਿ ਨਹੀਂ, ਮੈਂ ਤਾਂ ਨਾਲ ਜੂਝਣਾ, ਮੈਂ ਸਿਰਫ ਲੰਗਰ ਤੱਕ ਸੀਮਤ ਨਹੀਂ ਹੋਣਾ। ਉਹ ਬੀਬੀ ਦਾ ਪੁੱਤਰ ਵੀ ਸ਼ਹੀਦ ਹੋਇਆ 1 ਸਾਲ ਦਾ ਉਹਦੀ ਗੋਦ 'ਚ, ਉਹਦੇ ਆਪਣੇ ਵੀ ਮੱਥੇ 'ਚੋਂ ਗੋਲੀ ਲੰਘ ਗਈ, ਪਰ ਉਹ ਯਾਨੀ ਉਹਨੇ ਨਿਭਾਇਆ ਅਖੀਰ ਤੱਕ, ਉਹ ਡੋਲੀ ਨਹੀਂ, ਥਿੜਕੀ ਨਹੀਂ। ਇਹੋ ਕਿਹਾ ਉਹਨੇ ਵੀ ਮੇਰੇ ਗੋਦ ਵਿੱਚ ਪਿਆ ਬਾਲ ਵੀ ਜੋ ਗੁਰੂ ਦਾ ਦਿੱਤਾ ਵਾਪਸ ਉਸਦੇ ਕੋਲ ਗਿਆ, ਕੋਈ ਗੱਲ ਨਹੀਂ, ਪਰ ਮੈਂ ਆਈ ਸ਼ਹਾਦਤ ਦੇਣਾ, ਮੈਂ ਤੇ ਇਹ ਗੁਰੂ ਸਾਹਿਬ ਦੀ ਥਾਂ ਖਾਲੀ ਹੀ ਕਰਵਾਉਣੀ ਹੈ। ਇਹ ਇਸ ਕਰਕੇ ਐਗਜ਼ਾਮਪਲਸ ਦੇ ਰਹੀ ਸਾਂ ਕਿ ਇਹਨਾਂ ਵਿੱਚ ਜਦੋਂ ਬਾਗੀ ਦਾ ਨਾਂ ਲਿਆ ਤਾਂ ਫਿਰ ਸ਼ਹੀਦ ਭਗਤ ਸਿੰਘ ਜੀ ਦੀ ਮਾਂ ਆਪਾਂ ਕਿਵੇਂ ਭੁੱਲ ਸਕਦੇ ਹਾਂ। ਜੋ ਮਾਂ ਵਿਦਿਆਵਤੀ ਨੇ, ਮੈਂ ਬਹੁਤ ਛੋਟੀ ਸਾਂ, ਮੈਂ ਆਪ ਮਿਲੀ ਹੋਈ ਉਹਨਾਂ ਨੂੰ। ਯਾਨੀ ਮੈਂ ਕਹਿਣ ਦਾ ਭਾਵ ਇਹ ਕਿ ਜਿਸ ਤਰੀਕੇ ਉਹਨਾਂ ਦੀਆਂ ਇੰਟਰਵਿਊਜ਼ ਜਾਂ ਉਹਨਾਂ ਦਾ ਜੋ ਮਿਲਦਾ ਤੇ ਸਾਨੂੰ ਜਿੰਨਾ ਵੀ ਸੰਖੇਪ ਵੇਰਵਾ, ਉਹਦੇ ਵਿੱਚ ਜਿੰਨੀ ਕੁ ਉਹਨਾਂ ਦੀ ਮਾਨਸਿਕ ਤਾਕਤ ਮਾਂ ਦੀ ਸੀ, ਇਹ ਪਿੰਨ ਉਹ ਕੁਝ ਉਹਨਾਂ ਦੇ ਪੁੱਤਰ ਵਿੱਚ ਪਹੁੰਚੀ, ਜਿਸ ਨੂੰ ਬਾਗੀ ਕਿਹਾ ਗਿਆ, ਜਿਨ੍ਹਾਂ ਨੂੰ ਸ਼ਹੀਦ ਕੀਤਾ ਗਿਆ, ਜਿਨ੍ਹਾਂ ਨੂੰ ਅੱਜ ਪਾਰਲੀਮੈਂਟ ਵਿੱਚ ਹੁਣ ਬੁੱਤ ਲਾ ਕੇ ਤੇ ਹੁਣ ਮੱਥੇ ਟੇਕਦੇ ਨੇ ਤੇ ਹੁਣ ਹਾਰ ਵੀ ਚਾੜਦੇ ਨੇ। ਯਾਨੀ ਇਹ ਸਾਰੇ ਦੇ ਸਾਰੇ ਦਾ ਮੁੱਢ ਮੈਂ ਇਸ ਕਰਕੇ ਦੱਸਣਾ ਚਾਹਿਆ ਕਿ ਮਾਂ ਹੀ ਇੱਕ ਧੁਰਾ ਹੁੰਦਾ ਹੈ, ਇਹ ਜਿਸ ਨੇ ਅਗਾਂਹ ਆਪਣੇ ਪੁੱਤਰ ਨੂੰ ਹੱਲਾਸ਼ੇਰੀ ਦੇਣੀ ਹੁੰਦੀ ਹੈ, ਮਾਨਸਿਕ ਸਰੀਰਕ ਪੱਖੋਂ ਤੋਰਨਾ ਹੁੰਦਾ। ਤੁਸੀਂ ਖਿਆਲ ਕਰਿਓ, ਕਦੇ ਅੱਜ ਵੀ ਸੱਟ ਵੱਜ ਜਾਏ ਨਾ ਕਿਸੇ ਨੂੰ ਤੇ ਇੱਕਦਮ ਹਾਏ ਮਾਂ ਹੀ ਨਿਕਲਦਾ। ਸਾਡਾ ਧੁਰਾ ਅਸਲ 'ਚ ਮਾਂ ਤੋਂ ਹੀ ਸ਼ੁਰੂ ਹੋਇਆ ਹੁੰਦਾ। ਮੈਂ ਕਿਤੇ ਪਿਤਾ ਦੀ ਭੂਮਿਕਾ ਘਟਾ ਨਹੀਂ ਰਹੀ, ਮੈਂ ਸਿਰਫ ਇਹ ਦੱਸ ਰਹੀ ਹਾਂ ਕਿ ਪਿਤਾ ਦੀ ਤਾਂ ਉਦੋਂ ਆਉਂਦੀ ਹੈ ਨਾ ਜਦੋਂ ਫਸ ਜੇ ਬੰਦਾ, ਉਦੋਂ ਕਹਿੰਦਾ ਹਾਏ ਬਾਪੂਆ ਬਚਾ ਲਾ ਅੱਜ ਤਾਂ। ਬਿਲਕੁਲ ਐਂਡ ਤੇ ਆ ਕੇ ਬਾਪੂ ਯਾਦ ਆਉਂਦਾ। ਅਸਲ 'ਚ ਪਿਤਾ ਇੱਕ ਹੀਰੋ ਹੁੰਦਾ ਜੀ ਕਿਸੇ ਵੀ ਦੇ ਲਈ, ਪਰ ਮਾਂ ਦਾ ਰੋਲ ਉਹਨੂੰ ਮਾਨਸਿਕ ਤਾਕਤ ਦੇਣ ਵਾਸਤੇ ਜੋ ਲੋੜੀਂਦੀ ਜੇ ਉਹ ਪਹੁੰਚਾਉਂਦਾ ਹੈ। ਤੇ ਜਦੋਂ ਸਾਡੀ ਅੱਧੀ ਤਾਕਤ ਅੰਦਰ ਦੱਬੀ ਗਈ ਸੀ, ਯਾਨੀ ਜਦੋਂ ਗੁਰੂ ਸਾਹਿਬ ਨੇ ਬਰਾਬਰੀ ਦਾ ਹੱਕ ਦਿੱਤਾ, ਉਸ ਤੋਂ ਬਾਅਦ ਅਸੀਂ ਜਾਣਦੇ ਹਾਂ ਕਿ ਕਿਵੇਂ ਹੌਲੀ ਹੌਲੀ ਉਹ ਰੁਤਬਾ ਨੀਵਾਂ ਹੋ ਗਿਆ ਸੀ। ਉਹਨੂੰ ਵਾਪਸ ਰਸੋਈ 'ਚ ਧੱਕ ਦਿੱਤਾ ਗਿਆ। ਬਹੁਤ ਸਾਰੇ ਇਲਾਕੇ ਸੀ ਜਿੱਥੇ ਪੜ੍ਹਾਈ ਖੁਣੋਂ ਵੀ ਬੱਚੀ ਰਹਿ ਗਈ, ਅਜਿਹੀਆਂ ਥਾਵਾਂ ਸੀ ਜਿੱਥੇ ਨਾਲ ਦੇ ਪਿੰਡ ਤੱਕ ਉਹਨੂੰ ਜਾਣ ਨਹੀਂ ਸੀ ਦਿੱਤਾ ਜਾਂਦਾ, ਇਕੱਲੀ ਦਾ ਘਰੋਂ ਨਿਕਲਣਾ ਬੰਦ ਕਰ ਦਿੱਤਾ ਸੀ, ਬਹੁਤ ਸਾਰੀਆਂ ਰਿਸਟ੍ਰਿਕਸ਼ਨ ਸਨ। ਉਹ ਸਾਰੀਆਂ ਦੀਆਂ ਸਾਰੀਆਂ ਜੋ ਅਸੀਂ ਰਿਸਟ੍ਰਿਕਸ਼ਨਸ ਲਾਈਆਂ ਹੋਈਆਂ, ਹੱਦ ਬੰਨੇ ਤੋੜ ਕੇ ਖੁੱਲੀ ਉਡਾਰੀ ਮਾਰਨ ਨੂੰ, ਧੀਆਂ ਦੇ ਹੱਥ ਟਰੈਕਟਰ ਫੜਾ ਕੇ ਅਸੀਂ ਇੰਨਾ ਬਾਕਮਾਲ ਇਸ ਵੇਲੇ ਇਤਿਹਾਸ ਸਿਰਜਿਆ ਜਿਹਦਾ ਮੇਰਾ ਖਿਆਲ ਹੈ ਪਿੱਛੇ ਜੇ ਝਾਤ ਮਾਰ ਲਓ ਤਾਂ ਇੰਨਾ ਮੈਸਿਵ ਅੰਦੋਲਨ, ਉਹ ਵੀ ਸੰਘਰਸ਼ ਜਿਹੜਾ ਸ਼ਾਂਤਮਈ ਹੋਇਆ ਹੋਵੇ, ਕਦੇ ਵੀ ਨਹੀਂ ਵਾਪਰਿਆ ਤੇ ਨਾ ਹੀ ਉਮੀਦ ਅਸੀਂ ਕਰਦੇ ਹਾਂ ਅੱਗੋਂ ਕਦੇ ਅਜਿਹਾ ਹੋਣ ਵਾਲਾ ਜੇ। ਕਿਉਂਕਿ ਇਹ ਬੀਬੀਆਂ ਜਿੱਥੇ ਤੁਸੀਂ, ਮੈਂ ਬਤੌਰ ਡਾਕਟਰ ਦੱਸ ਰਹੀ ਹਾਂ ਕਿ ਸਾਡੇ ਕੋਲ ਆਉਂਦੀਆਂ ਨੇ ਜਿਹੜੀਆਂ 70 ਜਾਂ 80 ਸਾਲ ਤੇ ਆ ਕੇ, ਉਹ ਵਿਚਾਰਿਆਂ ਦੇ ਹੱਡ ਗੋਡੇ ਦੁਖਦੇ ਹੁੰਦੇ ਨੇ, ਹਾਏ ਹਾਏ ਕਰਦੇ ਨੇ, ਤੁਰਿਆ ਨਹੀਂ ਜਾਂਦਾ, ਬੈਠੇ। ਉਹ ਸਾਡੀਆਂ ਮਾਵਾਂ 90 ਵਰਿਆਂ ਦੀਆਂ ਵੀ ਤੁਰਦੀਆਂ ਨੇ, ਪਿੱਠਾਂ ਨਾਲ ਵੀ ਉਹ ਖੜੀਆਂ ਨੇ ਕਿ ਮੈਂ ਆਪਣੇ ਪੁੱਤਰ ਲਈ ਪਹਿਲਾਂ ਆਪਣੀ ਛਾਤੀ ਤੇ ਵਾਰ ਖਾਵਾਂਗੀ, ਫੇਰ ਮੇਰਾ ਪੁੱਤਰ ਆਏਗਾ। ਇਹੋ ਜਿਹੀ ਜਦੋਂ ਆਵਾਜ਼ ਇੱਕ 90 ਵਰਿਆਂ ਦੀ ਮਾਂ ਮਾਰਦੀ ਜੇ ਨਾ, ਤਾਂ ਉਹ ਪੁੱਤਰ ਆਰ ਜਾਂ ਪਾਰ ਦੀ ਜੰਗ ਵਿੱਢ ਸਕਦਾ ਹੁੰਦਾ। ਉਹ ਜਿਹਾ ਜਦੋਂ ਭੈਣ ਕਿਤੇ ਵਾਰ ਦੀ ਆਪਣੇ ਭਰਾ ਦੇ ਉੱਤੋਂ ਜਾਣ ਕੇ ਮੈਂ ਪਹਿਲਾਂ ਜਾਵਾਂਗੀ, ਤਾਂ ਉਹ ਵੀਰ ਓਨਾ ਹੀ ਉਸ ਭੈਣ ਦੇ ਸਦਕੇ ਜਾਂਦਾ ਹੋਇਆ ਅਗਾਂਹ ਡਟਿਆ ਰਹਿੰਦਾ। ਬਿਲਕੁਲ ਇਸੇ ਤਰ੍ਹਾਂ ਜਦੋਂ 2 ਵਰਿਆਂ ਦੀ ਬਾਲੜੀ ਦੇ ਹੱਥ ਇਸੇ ਤਰ੍ਹਾਂ ਕਿਸਾਨੀ ਝੰਡਾ ਫੜਾ ਕੇ ਤੋਰੋਗੇ,
ਮੈਂ ਨਹੀਂ ਮੰਨ ਸਕਦੀ ਕੋਈ ਦੁਨੀਆ ਭਰ ਵਿੱਚ ਬੈਠਾ ਬੰਦਾ ਹਿਲਾਉਣਿਆ ਨਾ ਜਾਏਗਾ, ਤੁਰਿਆਗਾ ਨਹੀਂ, ਤੇ ਉਹ ਕਹੇਗਾ ਕਿ ਇਸ ਸੰਘਰਸ਼ ਵਿੱਚ ਮੈਂ ਇਸ ਬੇਟੀ ਦੇ ਨਾਲ ਹਾਂ। ਜੀ ਸੋ ਮੂਵਮੈਂਟ ਜਿਹੜੀ ਮਾਵਾਂ ਦੀ, ਧੀਆਂ ਦੀ, ਭੈਣਾਂ ਦੀ ਸ਼ੁਰੂ ਹੋਈ ਹੈ, ਜਿੱਥੇ ਖਿਆਲ ਕਰਿਓ ਅੱਗੇ ਇਹਨਾਂ ਦੇ ਜਿਸਮਾਂ ਦੇ ਉੱਤੇ ਗੀਤ ਲਿਖੇ ਜਾਂਦੇ ਸਨ, ਸੰਗੀਤ ਲਿਖੇ ਜਾਂਦੇ ਸਨ, ਜਿਸਮ ਦੀ ਨੁਮਾਇਸ਼ ਸੀ। ਤੇ ਆਪਾਂ ਇੱਕ ਪ੍ਰੋਗਰਾਮ ਵੀ ਤੁਹਾਨੂੰ ਚੇਤੇ ਹੋਏਗਾ ਕੀਤਾ ਸੀ ਕਿ ਇਹ ਗੀਤ ਸੰਗੀਤ ਜੋ ਚੱਲ ਰਹੇ ਨੇ ਇਹ ਨਿਵਾਣ ਵੱਲ ਸਾਡੇ ਸੱਭਿਆਚਾਰ ਨੂੰ ਲਿਜਾ ਰਹੇ ਨੇ। ਜੀ ਉੱਥੋਂ ਜਿਸ ਤਰੀਕੇ ਦੀ ਹੁਣ ਤਬਦੀਲੀ ਦਿਸ ਰਹੀ ਹੈ, ਜਿੱਥੇ ਹੁਣ ਦੇਸ਼ ਪ੍ਰੇਮ ਦੇ ਗੀਤ, ਜਿੱਥੇ ਕਿਰਤ ਨੂੰ ਅੱਗੇ ਲਿਆਉਣ ਦੀ ਗੱਲ, ਜਿੱਥੇ ਕਿਸਾਨਾਂ ਦੀ ਗੱਲ, ਜਿੱਥੇ ਹੱਲਾਸ਼ੇਰੀ ਦੇਣ ਦੀ ਗੱਲ, ਜਿੱਥੇ ਅਗਾਂਹ ਤੁਰਨ ਦੀ ਗੱਲ, ਜਿੱਥੇ ਜਿੱਤ ਲੈਣ ਦੀ ਹੁਣ ਸੋਚ ਜਿਹੜੀ ਮਨਾਂ ਵਿੱਚ ਇਸ ਵੇਲੇ ਤੁਰ ਪਈ ਹੈ ਗੀਤ ਸੰਗੀਤ ਰਾਹੀਂ ਵੀ, ਉਸ ਨੇ ਯਕੀਨਨ ਤਸਵੀਰ ਬਦਲ ਦਿੱਤੀ ਹੈ ਇਸ ਥਾਂ ਦੀ, ਜਿੱਥੇ ਹੁਣ ਹਰ ਇੱਕ ਜਣਾ ਕਾਹਲਾ ਹੈ ਕਿ ਅਸੀਂ ਅਗਾਂਹ ਆਉਣਾ ਹੈ। ਯਾਨੀ ਗਗਨ ਚੁੰਬੀ ਮੈਂ ਕਹਿ ਸਕਦੀ ਹਾਂ ਸ਼ਬਦ ਕਿ ਇਸ ਵੇਲੇ ਜੋ ਸੰਘਰਸ਼ ਦੀ ਸਿਖਰ ਪਹੁੰਚੀ ਹੋਈ ਹੈ। ਮੈਂ ਸ਼ਬਦ ਵਿੱਚ ਸਾਂਝੇ ਕਰਨਾ ਚਾਹੁੰਦੀ ਹਾਂ ਜਿਹੜੇ ਇਨ ਦਿਨ ਇਸ ਸਮੇਂ ਦੇ ਮਾਹੌਲ ਨੂੰ ਦਰਸਾ ਸਕਦੇ ਨੇ ਕਿ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨਾ ਕਾਓ, ਜੋ मांडियो सूरमा अब जूझन को दाओ, सूरा सो पहचानिए जो लरे दीन के हेत, पुरजा पुरजा कट मरे कबू ना छाड़े। ਇਹ ਉਹ ਸਟੇਜ ਪਹੁੰਚੀ ਹੋਈ ਹੈ ਤੇ ਜਿੱਥੇ ਹੁਣ ਆਰੀਆ ਪਾਰ ਦੀ ਜੰਗ ਦੇ ਵਿੱਚ ਦੁਨੀਆ ਭਰ ਵਿੱਚੋਂ ਜਿੱਥੇ ਸਾਂਝ ਬਣੀ ਵੀ ਹੈ, ਉਹਨਾਂ ਵੱਲੋਂ ਇਹ ਵੀ ਪਹੁੰਚ ਰਹੇ ਨੇ। ਉੱਥੇ ਇੱਕ ਮੈਂ ਜ਼ਰੂਰ ਜ਼ਿਕਰ ਕਰਨਾ ਚਾਹੁੰਦੀ ਹਾਂ ਬੀਬੀ ਦੀਪ ਕੌਰ ਦਾ, ਕਿਉਂਕਿ ਉਹ ਤਰੀਕੇ ਦਾ ਅੱਜ ਦਾ ਇਹ ਸੰਘਰਸ਼, ਜਿਸ ਤਰੀਕੇ ਹਰਿਆਣੇ ਨੇ ਆਪਣੀ ਭੂਮਿਕਾ ਨਿਭਾਈ, ਉਹਦੇ ਵਿੱਚ ਇੰਝ ਲੱਗਦਾ ਕਿ ਇਤਿਹਾਸ ਦਾ ਹਰਫ ਰਿਪੀਟ ਕੀਤਾ ਜਾ ਰਿਹਾ ਹੋਵੇ। ਜਿਵੇਂ ਅਸੀਂ ਪੜ੍ਹਦੇ ਸੁਣਦੇ ਹਾਂ ਕਿ ਇਤਿਹਾਸ ਜ਼ਰੂਰ ਦੁਹਰਾਉਂਦਾ ਹੈ। ਇਨ ਬਿਨ ਬੀਬੀ ਦੀਪ ਕੌਰ ਦੀ ਆਪਾਂ ਗੱਲ ਸਮਝ ਲਈਏ ਨਾ ਤਾਂ ਫਿਰ ਪਤਾ ਲੱਗ ਜਾਏਗਾ ਇਤਿਹਾਸ ਨੇ ਕਿਵੇਂ ਦੁਹਰਾਇਆ ਆਪਣੇ ਆਪ ਨੂੰ ਤੇ ਕੀ ਉਹਦਾ ਨਤੀਜਾ ਹੋਣ ਵਾਲਾ ਜੀ। ਦੇਖੋ ਇਹ ਸਮਾਂ ਸੀ ਜਦੋਂ ਉਦੋਂ ਗੁਰੂ ਗੋਬਿੰਦ ਸਿੰਘ ਜੀ ਉੱਤੇ ਫੇਰ ਹਮਲੇ ਹੋਣ ਲਈ ਤਿਆਰੀਆਂ ਚੱਲ ਰਹੀਆਂ ਸਨ। ਧਰਮ ਯੁੱਧ ਦੇ ਲਈ ਗੁਰੂ ਸਾਹਿਬ ਨੇ ਹੋਕਾ ਦਿੱਤਾ ਸੀ। ਅਲੱਗ-ਅਲੱਗ ਥਾਵਾਂ ਤੋਂ ਸੰਗਤ ਤੁਰੀ ਆਉਂਦੀ ਸੀ ਧਰਮ ਯੁੱਧ ਦਾ ਹਿੱਸਾ ਬਣਨ ਲਈ। ਜਿੱਥੇ ਮਾਝੇ ਦੀ ਸੰਗਤ, ਉੱਥੇ ਦੇ ਬਹਾਦਰ ਸਿੰਘ ਸਿੰਘਣੀਆਂ ਵੀ ਤੁਰੇ ਹੋਏ ਸਨ ਜੱਥੇ ਦੀ ਸ਼ਕਲ ਵਿੱਚ, ਤੇ ਪਿੰਡਾਂ ਵਿੱਚ ਬਹੁਤ ਜ਼ਿਆਦਾ ਡਰਾਵਾ, ਰੋਬ, ਦਬਾਅ ਪਾਇਆ ਗਿਆ ਸੀ ਹਾਕਮਾਂ ਵੱਲੋਂ। ਇੰਨੇ ਭੈ ਭੀਤ ਕਰ ਦਿੱਤੇ ਸਨ ਕਿ ਲੋਕ ਅੰਦਰ ਦੁਬਕ ਗਏ ਸਨ ਜੀ। ਫਿਰ ਵੀ ਬਹੁਤ ਜਣੇ ਸਨ ਜਿਹੜੇ ਇਸ ਜੱਥੇ ਦੇ ਲੰਘਣ ਸਮੇਂ ਉਹਨਾਂ ਦੀ ਸੇਵਾ ਕਰਦੇ ਸਨ, ਉਹਨਾਂ ਨੂੰ ਰੋਟੀ ਪਾਣੀ ਦੇਣਾ, ਉਹਨਾਂ ਨੂੰ ਯਾਨੀ ਉਹਨਾਂ ਨੂੰ ਆਰਾਮ ਦਾ ਥਾਂ ਦੇਣਾ। ਇਹ ਸੰਗਤ ਰਾਹ ਵਿੱਚ ਲਗਾਤਾਰ ਉਹਨਾਂ ਦੀ ਸੇਵਾ ਕਰਦੀ ਸੀ। ਇਸੇ ਤਰ੍ਹਾਂ ਇੱਕ ਤਲਬਨ ਪਿੰਡ ਸੀ ਛੋਟਾ ਜਿਹਾ ਉਦੋਂ, ਜਿੱਥੇ ਇੱਕ ਵੀ ਸਿੰਘ ਕੋਈ ਨਹੀਂ ਸੀ, ਇੱਕੋ ਇੱਕ ਟੱਬਰ ਸੀ, ਹੋਰ ਕੋਈ ਸਿੱਖ ਨਹੀਂ ਸੀ ਉੱਥੇ। ਉਸ ਟੱਬਰ ਦੇ ਵਿੱਚ ਵੀ ਜਿਹੜਾ ਉਸ ਇੱਕ ਔਰਤ ਜਿਹੜੀ ਸਿੱਖ ਉੱਥੇ ਸੀ, ਦੀਪ ਕੌਰ, ਉਹਦਾ ਪਤੀ ਉਸ ਸਮੇਂ ਘਰ 'ਚ ਨਹੀਂ ਸੀ। ਉਹਦੇ ਸੱਸ ਸਹੁਰਾ ਦੀ ਮੌਤ ਹੋ ਚੁੱਕੀ ਸੀ, ਯਾਨੀ ਉਹ ਇਕੱਲੀ ਸੀ। ਉਹਨੇ ਇੱਕ ਦੋ ਆਪਣੀਆਂ ਸਾਥਣਾਂ ਨੂੰ ਕਿਹਾ ਪਰ ਕੋਈ ਵੀ ਨਾਲ ਤੁਰਨ ਨੂੰ ਤਿਆਰ ਨਾ ਹੋਇਆ। ਤਾਂ ਹਿੰਮਤ ਦੇਖੋ ਕਿ ਇਕੱਲੀ ਬੀਬੀ, ਖਾਣਾ ਵੀ ਬਣਾਇਆ ਉਹਨੇ, ਰੋਟੀਆਂ ਸਾਰੀਆਂ ਤਿਆਰ ਕਰ, ਸਬਜ਼ੀ ਤਿਆਰ ਕਰ, ਪਾਣੀ ਲੱਸੀ ਸਭ ਲੈ ਕੇ ਇਕੱਲੀ ਤੁਰ ਪਈ ਕਿ ਜੱਥੇ ਦੀ ਮੈਂ ਤਾਂ ਜ਼ਰੂਰ ਸੇਵਾ ਵੀ ਕਰਨੀ ਹੈ ਤੇ ਉਹਨਾਂ ਦਾ ਜਿਵੇਂ ਚੜ੍ਹਦੀ ਕਲਾ ਤੁਸੀਂ ਸਾਰੇ ਆਨੇ ਅਗਾਂਹ ਹੋ ਕੇ ਸੇਵਾ ਕਰਨ ਲਈ, ਤੇ ਉਹ ਦਰਸ਼ਨ ਕਰਨ ਲਈ ਸੜਕ ਦੇ ਉੱਤੇ ਚੜ੍ਹ ਗਈ ਜੀ। ਉੱਥੇ ਉਡੀਕਦੀ ਸੀ ਜਦੋਂ ਵੀ ਦੂਰੋਂ ਉਹਨੂੰ ਦਿਸਿਆ ਮਿੱਟੀ ਘੱਟਾ ਉੱਡਦਾ ਆਉਂਦਾ ਤੇ ਉਹਨੂੰ ਲੱਗਿਆ ਕਿ ਜੱਥਾ ਨੇੜੇ ਪਹੁੰਚ ਰਿਹਾ ਜੀ। ਨੇੜੇ ਆਈ ਤਾਂ ਉਹ ਜਦੋਂ ਦੇਖਿਆ ਕਿ ਉੱਥੇ ਤਾਂ ਇਹ ਜਿਹੜੀ ਜੱਥੇ ਦੇ ਥਾਂ ਤੇ ਉਹ ਸਨ ਮੁਗਲ ਫੌਜੀ ਜਿਹੜੇ ਹਰਲ ਕਰਦੇ ਫਿਰਦੇ ਸਨ, ਆਦਮਬੋ ਕਰਦੇ ਜੀ ਫੜਨਾ। ਹੁਣ ਮੈਂ ਇਸ ਕਰਕੇ ਇਹਦੀ ਗੱਲ ਛੇੜੀ ਕਿ ਇਤਿਹਾਸ ਵਿੱਚ ਜੋ ਸ਼ਬਦ ਲਿਖੇ ਨੇ
ਕਮਾਲ ਹੀ। ਕਹਿੰਦੇ ਨੇ ਉਹ ਬੜੀ ਖੂਬਸੂਰਤ ਔਰਤ ਸੀ, ਆਸ-ਪਾਸ ਦੇ 12 ਪਿੰਡਾਂ ਤੱਕ ਉਹਦੀ ਖੂਬਸੂਰਤੀ ਦੇ ਚਰਚੇ ਸਨ ਜੀ। ਉਮਰ ਜ਼ਰਾ ਖਿਆਲ ਕਰਿਓ ਕਿ 18-19 ਦੇ ਵਿੱਚ ਦੀ ਸੀ। ਹੁਣ ਜਿਹੜਾ ਉਹ ਮੁਗਲ ਫੌਜੀ ਦਾ ਦਸਤਾ ਆਇਆ, ਉਹਨਾਂ ਦਾ ਜਿਹੜਾ ਲੀਡਰ ਸੀ ਉਹਨੇ ਨੈਚੁਰਲੀ ਉਹਨਾਂ ਦੀ ਨੀਅਤ, ਜਿਵੇਂ ਦੀ ਆਪਾਂ ਨੂੰ ਪਤਾ ਹੀ ਹੈ ਜੋ ਉਸ ਸਮੇਂ ਹੁੰਦਾ ਸੀ, ਨੀਅਤ ਖਰਾਬ ਹੋਈ। ਉਹਨੂੰ ਪੁੱਛਿਆ ਵੀ ਕਿਉਂ ਖੜੀ ਹੈ। ਮੈਂ ਨਿਡਰਤਾ ਦੀ ਐਗਜ਼ਾਮਪਲ ਦੇਣਾ ਚਾਹੁੰਦੀ ਹਾਂ ਜੋ ਅੱਜ ਵੀ ਦੇਖਣ ਨੂੰ ਮਿਲ ਰਹੀ ਹੈ। ਜਿਵੇਂ ਉਸ ਸਮੇਂ ਉਹ ਬੀਬੀ ਦੀਪ ਕੌਰ ਨੇ ਕਿਹਾ ਕਿ ਮੈਂ ਤਾਂ ਜੱਥੇ ਦੀ ਸੇਵਾ ਲਈ ਖੜੀ ਹਾਂ, ਯਾਨੀ ਝੂਠ ਬੋਲ ਸਕਦੀ ਸੀ। ਇਕੱਲੀ ਔਰਤ, ਉਹ ਵੀ ਸਾਹਮਣੇ ਇੱਕ ਆਏ ਖੜੇ ਨੇ, ਮੌਤ ਦਿਸਦੀ ਹੈ, ਉਹ ਝੂਠ ਨਹੀਂ ਬੋਲੀ, ਡਟੀ ਰਹੀ, ਆਰਾਮ ਨਾਲ ਪੂਰੇ ਰੋਬ ਨਾਲ ਬੋਲੀ। ਤੇ ਪਤਾ ਜੇ ਅੱਗੋਂ ਅਫਸਰ ਨੇ ਕੀ ਕਿਹਾ ਜੀ? ਉਹ ਫਸਾਦੀ ਨੇ, ਬਾਗੀ ਨੇ, ਗੱਦਾਰ ਨੇ, ਦੁਸ਼ਮਣ ਨੇ। ਤੁਸੀਂ ਵੇਖ ਲਓ ਜੀ, ਇਹ ਸਾਰੇ ਸ਼ਬਦ ਅੱਜ ਵਰਤੇ ਜਾ ਰਹੇ ਕਿ ਨਹੀਂ। ਉਹਨਾਂ ਨੂੰ ਕਿਹਾ ਜੀ ਜਿਹੜਾ ਇਹਨਾਂ ਨੂੰ ਮਦਦ ਵੀ ਕਰੇ ਆਏਗਾ ਉਹਨੂੰ ਵੀ ਮਾਰ ਮੁਕਾਇਆ ਜਾਏਗਾ, ਝੂਠੇ ਕੇਸ ਪਾ ਦਿੱਤੇ ਜਾਣਗੇ। ਯਾਨੀ ਇਨ ਬਿਨ ਹਰਫ ਬਹਰਫ ਇਹੋ ਕੁਛ ਅੱਜ ਵਾਪਰ ਰਿਹਾ ਜੇ। ਤੇ ਪਤਾ ਜੇ ਅੱਗੋਂ ਦੀਪ ਕੌਰ ਨੇ ਜੋ ਜਵਾਬ ਦਿੱਤਾ, ਮੇਰਾ ਖਿਆਲ ਹੈ ਅੱਜ ਉਹੀ ਜਵਾਬ ਇਹਨਾਂ ਹੁਕਮਰਾਨਾਂ ਨੂੰ ਤੁਹਾਡੇ ਵਰਗੇ ਸੱਜਣ ਵੀ ਯਾਨੀ ਮੀਡੀਆ ਰਾਹੀਂ ਵੀ ਪਹੁੰਚ ਰਹੇ ਨੇ। ਬਹੁਤ ਸਾਰੇ ਸਾਡੇ ਸਿਰਲੱਥ ਯੋਧੇ ਅੱਜ ਵੀ ਇਹੋ ਜਵਾਬ ਦੇ ਰਹੇ ਨੇ ਜੋ ਉਸ ਸਮੇਂ ਦੀਪ ਕੌਰ ਨੇ ਵੀ ਦਿੱਤਾ ਸੀ ਕਿ ਭਾਈ ਇਹ ਤੁਹਾਡੇ ਵਰਗੇ ਜਦੋਂ ਹੁਕਮਰਾਨ ਬਹਿ ਜਾਣ ਨਾ ਤਾਂ ਜਿਹੜਾ ਮਨੁੱਖੀ ਹੱਕਾਂ ਤੇ ਮੁਲਕ ਦੀ ਸੇਵਾ ਲਈ ਜਾਨ ਵਾਰਦਾ ਹੋਏ ਉਹ ਉਸ ਸਦੀ ਦੇ ਹਾਕਮਾਂ ਲਈ ਗੱਦਾਰ ਹੀ ਕਹਾਇਆ ਜਾਂਦਾ। ਇਹ ਤਾਂ ਹਮੇਸ਼ਾ ਹੀ ਹੈ। ਜਿਹੜਾ ਸੱਚੀ ਗੱਲ ਕਰੇ ਉਹ ਦੁਸ਼ਮਣ, ਜਿਹੜਾ ਖੁਸ਼ਾਮਦ ਕਰੇ ਤੁਹਾਡਾ ਮਦਦਗਾਰ। ਪਰ ਸਿੰਘਾਂ ਨੇ ਅੱਜ ਤੱਕ ਨਾ ਕਿਸੇ ਦਾ ਹੱਕ ਮਾਰਿਆ ਤੇ ਹਮੇਸ਼ਾ ਮਜ਼ਲੂਮਾਂ ਦੀ ਮਦਦ ਲਈ ਤਤਪਰ ਰਹਿੰਦੇ ਨੇ। ਤੇ ਜੇ ਹਕੂਮਤ ਇਹਨਾਂ ਨੂੰ ਬਾਗੀ ਮੰਨਦੀ ਹੈ ਤਾਂ ਮੈਂ ਸਭ ਤੋਂ ਪਹਿਲੇ ਨੰਬਰ ਤੇ ਬਾਗੀ ਹਾਂ। ਬਿਲਕੁਲ ਨਹੀਂ, ਸਾਰੇ ਬਾਗੀ ਹਾਂ ਜੀ ਆਪਾਂ। ਬਿਲਕੁਲ। ਹੁਣ ਦੇਖੋ, ਮੈਂ ਇਸ ਕਰਕੇ ਉਹ ਸ਼ਬਦ ਜੋ ਇਤਿਹਾਸ ਵਿੱਚ ਦਰਜ ਨੇ, ਜੋ ਲਿਖੇ ਵੀ ਸਾਡੇ ਮੁਸਲਮਾਨ ਵੀਰ ਇੱਕ ਨੇ, ਮੈਂ ਇਸ ਲਈ ਦੁਹਰਾਇਆ ਕਿ ਹਰਫ ਬਹਰਫ ਵੇਖੋ ਕਿਆ ਕਮਾਲ, ਉਹੀ ਕੁਝ ਵਾਪਰ ਰਿਹਾ। ਫਿਰ ਉਹ ਮੈਂ ਅੱਗੋਂ ਦੇਖੋ ਜ਼ਰਾ ਕੀ ਕਹਿੰਦੀ ਜੀ ਕਿ ਉਹਨੂੰ ਯਾਨੀ ਲਾਲਚ ਦਿੱਤਾ ਗਿਆ ਕਿ ਸੋਨੇ ਚਾਂਦੀ ਦਾ ਤੈਨੂੰ ਅਸੀਂ ਦੇਵਾਂਗੇ, ਤੈਨੂੰ ਮੈਂ 10 ਦੇਵਾਂਗਾ, ਤੂੰ ਵਿਆਹ ਤੇ ਮੇਰੇ ਨਾਲ ਕਰ ਲੈ ਨਿਕਾਹ। ਮੈਂ ਤਾਂ ਯਾਨੀ ਉਹਨੂੰ ਬਹੁਤ ਜ਼ਿਆਦਾ ਉਹਦੇ ਤੇ ਪ੍ਰੈਸ਼ਰ ਪਾਇਆ ਉਹਨੇ ਜਿੰਨਾ ਪਾ ਸਕਦਾ ਸੀ ਜੀ। ਪਰ ਉਹ ਯਾਨੀ ਉਹਨੇ ਲਾਹਨਤ ਹੀ ਪਾਈ ਵੀ ਭਾਈ ਤੇਰੇ ਤੇ ਤਾਂ ਤੂੰ ਹੈਗਾ ਸਰਕਾਰੀ ਮੁਲਾਜ਼ਮ ਵਿਕਣ ਵਾਲਾ, ਮੈਂ ਨਹੀਂ ਆ। ਅਸੀਂ ਤਾਂ ਨੇਕ ਨੀਅਤੀ ਵਾਲੇ ਨੇ ਤੇ ਅਸੀਂ ਤਾਂ ਹਮੇਸ਼ਾ ਹਰ ਹਾਲ ਵਿੱਚ ਅਸੀਂ ਤਾਂ ਡਟੇ ਰਹਿਣਾ ਤੇ ਮੈਂ ਸੱਚ ਤੇ ਹੱਕ ਦੀ ਆਵਾਜ਼ ਤੇ ਖੜੀ ਹਾਂ, ਮੈਂ ਇਹੋ ਕਰਨਾ ਜੀ। ਉਹ ਤੇ ਵੀ ਜਦੋਂ ਨਾ ਮੰਨਿਆ, ਉਹਨੂੰ ਨੇੜੇ ਹੋ ਕੇ ਫੜਨ ਲੱਗਿਆ ਤਾਂ ਉਦੋਂ ਦਰਅਸਲ ਉਸਨੇ ਆਪਣੀ ਕਮਰ ਨਾਲ ਬੰਨੀ ਕਟਾਰ ਕੱਢੀ ਤੇ ਉਸ ਸਕਿੰਟਾਂ 'ਚ ਅੱਖ ਦੇ ਫੋਰ ਵਿੱਚ ਕਹਿੰਦੇ ਨੇ ਉਹਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ ਜੀ। ਫੜਨ ਉਹਨੂੰ ਤੁਰਿਆ ਸੀ ਤਾਂ ਉਹਨੂੰ ਵੇਖ ਕੇ ਹੁਣ ਦੇਖੋ ਕਿ ਬਾਕੀ ਸਾਰੇ ਇੱਕਦਮ ਤਾਂ ਸੰਭਲਦੇ ਹੀ ਨਹੀਂ, ਕਿਉਂ ਦੇਖ ਰਹੇ ਸਨ ਹੱਥੀ ਔਰਤ ਇਕੱਲੀ ਖੜੀ ਤੇ ਇਹਨੇ ਕੀ ਕਰ ਸਕਣਾ, ਤੇ ਉਹਨਾਂ ਨੂੰ ਤੇ ਅੰਦਾਜ਼ਾ ਹੀ ਨਹੀਂ ਸੀ ਵੀ ਇਹ ਕਰ ਦੇਗੀ। ਉਸੇ ਹੀ ਜਿਹੜਾ ਹੁਣ ਉਹਨੇ ਮਾਰਿਆ, ਉਸੇ ਦੀ ਉਹਨੇ ਤਲਵਾਰ ਵੀ ਫੜੀ, ਉਸੇ ਦੀ ਬੰਦੂਕ ਫੜੀ ਤੇ ਨਾਲ ਦੀ ਨਾਲ 2 ਜਣੇ ਹੋਰ ਭੁੰਨ ਤੇ ਜੀ। ਉਹ ਡਿੱਗੇ ਤਾਂ ਸਾਰੇ ਟੁੱਟ ਕੇ ਇੱਕਦਮ ਇਹਦੇ ਤੇ ਪੈ ਗਏ। ਨੇਜ਼ਾ ਆਰ ਪਾਰ ਇਹਦੇ ਲੰਘਾਤਾ ਬਾਂਹ ਵਿੱਚੋਂ, ਖੱਬੀ ਚੋਂ, ਤੇ ਜ਼ਾਹਰ ਕੇ ਸਾਰਿਆਂ ਨੇ ਵਿੰਨ ਛੱਡਿਆ ਉਹਨੂੰ। ਪਰ ਉਸਦੀ ਕਮਾਲ ਦੇਖੋ ਬੀਬੀ ਦਾ ਕਿ ਉਹ ਉਹਨਾਂ ਤੋਂ ਇੱਕ ਦਾ ਘੋੜਾ ਫੜਿਆ, ਚੜ ਕੇ ਮੁਕਾਬਲਾ ਕਰਦਿਆਂ 8 ਸਵਾ 6 ਫੁੱਟੇ ਉਹ ਸਾਰੇ ਜਿਹੜੇ ਫੌਜੀਆਂ ਨੂੰ ਥੱਲੇ ਐਨ ਵੱਢ ਕੇ ਸੁੱਟ ਦਿੱਤਾ। ਨਿਹੱਥੀ ਕੱਲੀ ਔਰਤ ਨੇ ਤੇ ਹਿੰਮਤ ਦੀ ਔਰਤ ਦੀ, ਜਿਹਦੇ ਤੋਂ ਇੰਨੇ ਨੂੰ ਪਿੱਛੋਂ ਹੁਣ ਦੇਖੋ ਜੱਥਾ ਆ ਗਿਆ। ਉਹਨਾਂ ਨੇ ਉਹਨੂੰ ਯਾਨੀ ਨਾਲ ਉਹਨੂੰ ਦੇਖ ਕੇ ਭੱਜ ਵੀ ਗਏ ਤੇ ਫਿਰ ਇੰਨਾ ਲਹੂ ਵਹਿ ਗਿਆ ਸੀ ਕਿ ਕਹਿੰਦੇ ਤਲਵਾਰ ਉਹਦੇ ਹੱਥਾਂ ਚੋਂ ਛੁੱਟਦੀ ਨਹੀਂ ਸੀ ਪਈ, ਉਹ ਚਿਪਕ ਗਈ ਸੀ ਲਹੂ ਵਗ। ਮੈਂ ਅੰਦਾਜ਼ਾ ਤੁਸੀਂ ਇਹ ਦੇਖੋ ਵੀ ਕਿਸ ਤਰ੍ਹਾਂ ਦੀ ਵਿਰਾਂਗਣਾ ਸੀ
ਤੇ ਉਹ ਅੱਗੋਂ ਦੇਖੋ ਕਿ ਗੁਰੂ ਗੋਬਿੰਦ ਸਿੰਘ ਜੀ ਕੋਲ ਜੱਥਾ ਪਹੁੰਚਿਆ ਤੇ ਉਹਨਾਂ ਨੇ ਖਾਸ ਤੌਰ ਤੇ ਕਿਹਾ, ਅੱਗੋਂ ਪੁੱਛਿਆ ਵੀ ਮੇਰੀ ਧੀ ਦਾ ਕੀ ਹਾਲ ਹੈ ਜੀ। ਆਪ ਆਏ ਅਗਾਂਹ ਉਹਦੇ ਜ਼ਖਮਾਂ ਤੇ ਮਲਮ ਲਾਈ, ਸਿਰ ਤੇ ਹੱਥ ਫੇਰਿਆ ਤੇ ਫਿਰ ਜੋ ਉਹਨਾਂ ਉਚਾਰਿਆ ਉਹ ਵੀ ਬਾਕਮਾਲ ਕਿ ਭਾਈ ਤੂੰ ਦੇਖੋ ਇਹ ਉਸ ਸਮੇਂ ਥਾਪੜਾ ਦਿੰਦਿਆਂ ਧੀ ਦਾ ਕਿਤਾਬ ਮਿਲ ਜਾਣਾ, ਆਪ ਮਲਮ ਲਾਣੀ। ਤੇ ਫਿਰ ਸੰਗਤ ਨੂੰ ਉਹਨਾਂ ਨੇ ਜਿਹੜੀਆਂ ਬੀਬੀਆਂ ਬੈਠੀਆਂ ਸੀ ਸੰਬੋਧਨ ਕਰਕੇ ਕਿਹਾ ਕਿ ਬੀਬੀਆਂ ਦੀ ਜੋ ਬਹਾਦਰੀ ਦੀ ਮਿਸਾਲ ਤੁਹਾਡੇ ਸਾਹਮਣੇ ਹੈ ਜੀ, ਤੇ ਤੁਸੀਂ ਆਪਣੇ ਵੱਲ ਝਾਕਦੀ ਹਰ ਕੈਰੀ ਅੱਖ ਨੂੰ ਵੱਢ ਸੁੱਟਣ ਦੀ ਹਿੰਮਤ ਰੱਖੋ ਜੀ। ਆਪਣੇ ਨਿਹੱਥਿਆਂ ਦੀ ਢਾਲ ਬਣਨ ਦੀ ਕੋਸ਼ਿਸ਼ ਕਰੋ ਤੇ ਜ਼ੁਲਮ ਦਾ ਟਾਕਰਾ ਪੂਰੇ ਜੋਸ਼ ਨਾਲ ਕਰੋ। ਤੁਸੀਂ ਕਿਸੇ ਤੋਂ ਘੱਟ ਨਹੀਂ ਹੋ। ਸਰੀਰਕ ਤੇ ਮਾਨਸਿਕ ਤਾਕਤ ਆਪਣੀ ਖੜੀ ਕਰੋ, ਕਮਜ਼ੋਰ ਮੰਨਣਾ ਛੱਡ ਦਿਓ। ਤੁਸੀਂ ਸ਼ੇਰ ਨਹੀਂ ਆਓ। ਇਹ ਲਫ਼ਜ਼ ਉਸ ਸਮੇਂ ਦੇ ਅੱਜ ਭਾਜੀ ਤੁਸੀਂ ਲਾਗੂ ਕਰਕੇ ਵੇਖ ਲਓ ਕਿ ਜਿਸ ਵੱਡੀ ਗਿਣਤੀ 'ਚ ਅੱਜ ਬੀਬੀਆਂ ਨਿਤਰੀਆਂ ਨੇ ਮੈਦਾਨ ਵਿੱਚ ਮੈਂ ਸਿਜਦਾ ਕਰਦੀਆਂ ਅੱਜ ਕਿ ਜੋ ਤਾਕਤ ਔਰਤ ਦੀ ਸਹੀ ਮਾਇਨਿਆਂ ਵਿੱਚ ਅੱਜ ਉਜਾਗਰ ਵੀ ਹੋਈ ਹੈ। ਤੇ ਅੱਜ ਇੱਕ ਬਾ ਕਮਾਲ ਸੁਨੇਹਾ ਜੋ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੂੰ ਤੇ ਉਹਨਾਂ ਦੇ ਨਾਲ ਇਰਦ ਗਿਰਦ ਜੋ ਕੁਝ ਲੋਕ ਜੁੜੇ ਨੇ, ਮੇਰਾ ਖਿਆਲ ਹੈ ਉਹ ਗੁਰੂ ਨਾਨਕ ਸਾਹਿਬ ਦਾ ਉਚਾਰਿਆ ਇਨ ਬਿਨ ਸਹੀ ਇਹਨਾਂ ਤੇ ਅੱਜ ਬੈਠ ਰਿਹਾ ਜੇ ਰੱਤ ਲੱਗਾ ਕੱਪੜਾ ਜਾਮਾ ਹੋਏ ਪਲੀਤ ਜੀ, ਜੋ ਰੱਤ ਪੀਵੈ ਮਾਨਸਾ ਤਿਨ ਕਿਉਂ ਨਿਰਮਲ ਚੀਤ। ਨਾਨਕ ਨਾਉ ਖੁਦਾਏ ਕਾ ਦਿਲ ਹੱਛੈ ਮੁਖ ਲੈ, ਅਵਰ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇ। ਇੱਥੇ ਅਮਲ ਜੋ ਕਰ ਰਹੇ ਨੇ ਇਹ ਰੱਤ ਪੀ ਰਹੇ ਨੇ ਸਾਡੇ 124 ਕਹਿ ਰਹੇ ਨੇ ਅੱਜ ਕੇ ਸਾਡੇ ਕਿਸਾਨ ਵੀਰ ਇਸ ਵੇਲੇ ਸ਼ਹੀਦ ਹੋ ਗਏ ਨੇ। ਲਾਹਨਤ ਜੇ ਲੋਕਾਂ ਦੇ ਜਿਹੜੇ ਸੋਚਦੇ ਨੇ ਕਿ ਸਾਡਾ ਇਹ ਰਾਜ ਸਦੀਵੀ ਹੈ, ਸਾਡੀ ਕੁਰਸੀ ਸਦੀਵੀ ਹੈ। ਕੀ ਦਸੀਏ ਕਿ ਤੁਹਾਡੇ ਤੋਂ ਪਹਿਲਾਂ ਕੋਈ ਵੀ ਇਹ ਰਾਜਾਂ ਤੇ ਸਦੀਵੀ ਨਹੀਂ ਰਹਿ ਸਕਿਆ, ਪਰ ਇਹ ਰਾਜ ਜਦੋਂ ਖੁੱਸਦਾ ਜੇ ਨਾ ਉਦੋਂ ਪਤਾ ਨਹੀਂ ਲੱਗਦਾ। ਬਾਅਦ ਜੋ ਲੋਕ ਤੁਹਾਨੂੰ ਯਾਦ ਕਰਨਗੇ ਕਿਸ ਨਾਮ ਨਾਲ, ਜ਼ਰਾ ਉਸ ਤੇ ਗੌਰ ਕਰਿਓ। ਇਹ ਜੇ ਇਹਨਾਂ ਨੂੰ ਸਮਝ ਆ ਜਾਏ ਮੇਰਾ ਖਿਆਲ ਹੈ ਤਾਂ ਫਿਰ ਇਹ ਸ਼ਾਇਦ ਛੇਤੀ ਟਲ ਜਾਣ, ਪਰ ਲੱਗਦਾ ਨਹੀਂ ਇਹ ਇੰਨੀ ਸੌਖੇ ਮੰਨਣ ਵਾਲੇ ਨੇ, ਕਿਉਂਕਿ ਇਹਨਾਂ ਦੀ ਈਗੋ ਸਿਰ ਚੜ ਕੇ ਬੋਲ ਰਹੀ ਹੈ। ਤੇ ਜਿਸ ਵੀ ਚੀਜ਼ ਦੀ ਹੈਂਕੜ ਹੈ ਉਹ ਸਾਨੂੰ ਤਾਂ ਗੁਰੂ ਸਾਹਿਬ ਬੜਾ ਖੂਬਸੂਰਤ ਸਮਝਾ ਗਏ ਨੇ ਕਿ ਇਹ ਸਦੀਵੀ ਹੈ ਨਹੀਂ, ਨਾ ਮਹਿਲ, ਨਾ ਮਾੜੀਆਂ, ਨਾ ਦੌਲਤ, ਨਾ ਹਉਮੈ, ਕੁਛ ਵੀ ਨਹੀਂ ਰਹਿਣਾ। ਇੱਕ ਪਲ ਬਾਅਦ ਪਤਾ ਨਹੀਂ ਅਸੀਂ ਹਾਂ ਕਿ ਨਹੀਂ। ਬਿਲਕੁਲ ਬਿਲਕੁਲ। ਪੈਰ ਉੱਠਦੇ ਸਾਰ ਪੈਰ ਵੀ ਤਿਲ ਗਿਆ ਤੇ ਰਹਿਣੇ ਹੀ ਨਹੀਂ, ਲੱਭਣੇ ਹੀ ਨਹੀਂ। ਜੀ ਜੀ ਜੀ, ਸਮਝ ਲਓ ਕਹਿਣ ਤੋਂ ਭਾਵ ਸਮਝੋ, ਹਜੇ ਵੀ ਸਮਝੋ ਮੌਕਾ ਹੈ, ਹਜੇ ਵੀ ਸਮਝੋ ਮੌਕਾ। ਧੰਨਵਾਦ ਭੈਣ ਜੀ ਤੁਹਾਡਾ, ਹਮੇਸ਼ਾ ਹੋਇਆ ਹੀ ਹੈ। ਬਹੁਤ ਬਹੁਤ ਧੰਨਵਾਦ ਭੈਣ ਜੀ। ਬਿਲਕੁਲ ਜੀ, ਸਮਝੋ ਹਜੇ ਵੀ ਮੌਕਾ ਹੈ, ਸਮਝੋ ਭਾਈ। ਇਹ ਦੁਨੀਆ ਇੱਥੇ ਹੀ ਰਹਿ ਜਾਣੀ ਹੈ। ਆਪਦੇ ਪੁੱਤ ਕਹਿੰਦਾ ਕੀਤੀਆਂ ਦਾਦੇ ਦੀਆਂ, ਕੀਤੀਆਂ ਲੱਧੀ ਦੀਆਂ ਪੇਸ਼ ਦੁੱਲੇ ਦੇ ਆਈਆਂ, ਉਹ ਐਵੇਂ ਨਹੀਂ ਗੱਲਾਂ ਬਣਦੀਆਂ। ਹਾਂਜੀ, ਸੋ ਇਹੋ ਜਿਹੇ ਹਾਲਾਤ ਨੇ, ਜਾਂ ਆਪਾਂ ਕਹਿ ਦਿੰਦੇ ਹਾਂ ਕਿ ਕੀਤੀਆਂ ਦਾਦੇ ਦੀਆਂ ਪੋਤੇ ਨੂੰ ਭੁਗਤਣੀਆਂ ਪੈਂਦੀਆਂ ਨੇ। ਸੋ ਜੋ ਅੱਜ ਤੁਸੀਂ ਕਰ ਰਹੇ ਹੋ, ਅੱਜ ਖੜ੍ਹ ਜਾਓ ਸਮਾਜ ਦੇ ਨਾਲ ਲੀਡਰੋ। ਮੈਂ ਸਿੱਧੀ ਗੱਲ ਕਹਿਣਾ ਕਿ ਇੱਕ ਮੌਕਾ ਹੈ, ਇਹ ਵਕਤ ਹੈ ਤੁਹਾਡੀ ਇੱਕ ਅਗਨੀ ਪ੍ਰੀਖਾ ਦਾ। ਵੋਟਾਂ ਪੈਂਦੀਆਂ ਰਹਿੰਦੀਆਂ ਨੇ, ਰਾਜ ਤੁਸੀਂ ਕਰਨਾ ਹੈ। ਆ ਜਿਹੜੇ ਸਾਡੇ ਬਜ਼ੁਰਗ ਬੈਠੇ ਨੇ, ਸਾਡੇ ਬਾਪੂ ਬੈਠੇ ਨੇ, ਸਾਡੇ ਬੱਚੇ ਬੈਠੇ ਨੇ, ਇਹਨਾਂ ਨੇ ਰਾਜ ਨਹੀਂ ਕਰਨਾ। ਸਾਡੇ ਕਿਸਾਨ ਨੇਤਾਵਾਂ ਨੇ ਰਾਜ ਨਹੀਂ ਕਰਨਾ। ਇਹ ਤਾਂ ਹਮੇਸ਼ਾ ਹੀ ਸੰਘਰਸ਼ ਦੀਆਂ ਲੀਹਾਂ ਤੇ ਤੁਰੇ ਨੇ, ਇਹਨਾਂ ਨੇ ਤਾਂ ਹਮੇਸ਼ਾ ਹੀ ਸੰਘਰਸ਼ ਕਰਨਾ। ਪਰ ਇੱਕ ਸਮਾਂ ਹੁੰਦਾ ਹੈ। ਅੱਜ ਕਿਸਾਨ ਮੰਗਦਾ ਕਿ ਸਾਡੇ ਲਈ ਤੁਸੀਂ ਘੱਟੋ ਘੱਟ ਹਾਂ ਦਾ ਨਾਅਰਾ ਤਾਂ ਮਾਰ ਦਿਓ, ਸਾਡੇ ਲਈ ਕੁਛ ਕਰ ਦਿਓ। ਬੈਠੇ ਨੇ ਬਾਹਰ ਖੁੱਲ੍ਹੇ ਅਸਮਾਨ ਦੇ ਥੱਲੇ, ਠੰਡ ਹੈ। ਮੈਂ ਸਟੂਡੀਓ 'ਚ ਬੈਠਾ, 2 ਦਰਵਾਜ਼ੇ ਨੇ ਸਟੂਡੀਓ ਦੇ, ਲੱਤਾਂ ਫੇਰ ਠਰ ਰਹੀਆਂ ਨੇ। ਤੇ ਉੱਥੇ ਹੈਰਾਨ ਹੋ ਜਾਓਗੇ ਕੀ ਹੋ ਰਿਹਾ। ਠੰਡੀਆਂ ਰਾਤਾਂ, ਕੋਰਾ ਪੈਂਦਾ, ਪਾਣੀ ਕਿੜ-ਕਿੜ ਕਰਕੇ ਟੁੱਟਦਾ। ਜਦੋਂ ਕੋਰਾ ਜੰਮਦਾ ਉੱਤੇ ਤੁਸੀਂ ਕਾਰ ਦੇ ਬਾਹਰ ਸ਼ੀਸ਼ਾ ਦੇਖੋ, ਕਈ ਵਾਰੀ
ਬਾਹਰਲੇ ਦੇਸ਼ਾਂ ਦੇ ਵਿੱਚ ਤਾਂ ਚਲੋ ਬਰਫ਼ਾਂ ਪੈਂਦੀਆਂ ਨੇ, ਇੱਥੇ ਕੋਰੇ ਜੰਮਦੇ ਨੇ। ਪੁਰਾਣੇ ਬਜ਼ੁਰਗ ਕਈ ਵਾਰੀ ਪਾਣੀ ਦੀ ਵਾਰੀ ਤੇ ਜਾਂਦੇ ਤਾਂ ਪਤਾ ਲੱਗਦਾ ਕਿ ਆਹ ਕੋਰਾ ਜੰਮ ਗਿਆ, ਪਾਣੀ ਜੰਮ ਗਿਆ, ਪਾਪੜੀ ਜੰਮ ਗਈ। ਅੱਜ ਇੱਕ ਵਕਤ ਹੈ, ਕਿਸਾਨਾਂ ਨਾਲ ਖੜ ਜਾਓ। ਅੱਜ ਕੌਮ ਤੁਹਾਡੇ ਤੋਂ ਇੱਕ ਕਹਿੰਦੀ ਹੈ ਕਿ ਆ ਜਾਓ, ਸਾਡੇ ਲਈ ਕੁਝ ਸੋਚ ਲਓ। ਸਰਦਾਰ ਰੁਲਦੂ ਸਿੰਘ।